ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਕੀ ਵਾਰ ਭਾਗ 50ਵਾਂ 50 ਸ਼ਲੋਕ ਮਹੱਲਾ ਪਹਿਲਾ। ਗਊ ਬ੍ਰਾਹਮਣ ਕੋ ਕਰ ਲਾਵੋ ਗੋਬਰ ਤਰਨ ਨ ਜਾਈ। ਤੋਤੀ ਟਿੱਕਾ ਤੇ ਜਪ ਮਾਲੀ ਧਾਨ ਮਲੇਸਾਂ ਖਾਈ। ਅੰਤਰ ਪੂਜਾ ਪੜੇ ਕਤੇਬਾਂ ਸੰਜਮ ਤੁਰਕਾਂ ਭਾਈ। ਛੋਡੀ ਲੈ ਪਾਖੰਡਾਂ ਨਾਮ ਲਈਏ ਜਾਹੇ ਤਰੰਦਾਂ। ਗਊ ਬ੍ਰਾਹਮਣ ਕੋ ਕਰ ਲਾਵੋ ਗੋਬਰ ਤਰਨ ਨਾ ਜਾਏ। ਇਹ ਪਿੱਛੇ ਜੋ ਪ੍ਰਚਲਿਤ ਮੱਤਾਂ ਚੱਲਦੀਆਂ ਸੀ, ਇਹ ਧਰਮ ਦਾ ਆਗੂ ਪੰਡਿਤ ਪਿੱਛੇ ਕਿੰਨੇ ਸ਼ਲੋਕ ਇਹਦੇ ਬਾਰੇ ਆਪਾਂ ਵਿਚਾਰ ਕੀਤੇ। ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ, ਦੋਈ ਪੱਖ ਸਮਝਾਇਆ। ਉਸ ਟਾਈਮ ਲੋਕ ਇਹਨੂੰ ਹੀ ਧਰਮ ਸਮਝਦੇ ਸੀ ਆਪਦਾ। ਜੋ ਪੰਡਿਤ ਕਰਮ ਦੱਸਦਾ ਸੀ ਸਰੀਰ ਕਰਕੇ, ਧਰਮ ਦਾ ਵਿਸ਼ਾ ਆਤਮਾ ਕਰਕੇ ਹੁੰਦਾ। ਤਿੱਥੇ ਘੜੀਏ ਸੁਰਤ ਮਨ ਬੁੱਧ, ਉਹ ਧਰਮ ਦਾ ਵਿਸ਼ਾ ਹੈ। ਜਿੱਥੇ ਸਾਡੀ ਆਤਮਾ ਭਾਵ ਮਨ ਬੁੱਧੀ ਗਿਆਨ ਨਾਲ ਘੜੇ ਜਾਂਦੇ ਨੇ, ਉਹ ਕੀ ਹੈ? ਉਹ ਗੁਰਮਤ। ਜਦ ਤੋਂ ਸ੍ਰਿਸ਼ਟੀ ਸਾਜੀ ਹੈ ਕੁਦਰਤ ਨੇ, ਪਿੱਛੇ ਤੋਂ ਭਗਤ ਸਾਹਿਬਾਨ ਸਮੇਂ ਸਮੇਂ ਅਨੁਸਾਰ ਸੰਗਤ ਨੂੰ ਗਿਆਨ ਦਿੰਦੇ ਆਏ ਰਹੇ ਨੇ। ਅੱਜ ਆਪਣੇ ਕੋਲੇ ਪ੍ਰਗਟ ਰੂਪ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ। ਆਪਾਂ ਇਹਦੇ ਲੜ ਲੱਗ ਕੇ ਗੁਰ ਸ਼ਬਦ ਦੀ ਵਿਚਾਰ, ਗੁਰ ਕੇ ਚਰਨ ਬਾਣੀ, ਇਹ ਭਵਜਲ ਆਪਾਂ ਪਾਰ ਕਰਨਾ ਹੈ। ਜੋ ਪਿੱਛੇ ਪ੍ਰਚਲਿਤ ਧਰਮ ਚੱਲਦੇ ਸੀ ਸਾਰੇ ਸਰੀਰ ਤੱਕ ਸੀਮਿਤ ਸੀਗੇ। ਗਿਆਨ ਹੈ ਹੀ ਨਹੀਂ ਸੀ। ਕੁਛ ਵੀ ਲੋਕ ਕਹਿੰਦੇ ਸੀ ਮੰਨ ਲੈਂਦੇ ਸੀਗੇ। ਜੋਗੀ ਸਿੱਧ ਕਹਿੰਦੇ ਸੀ ਅਸੀਂ ਲੰਬੀ ਉਮਰ ਕਰ ਲੈਂਦੇ ਹਾਂ, ਅਸੀਂ ਉੱਡ ਕੇ ਚਲੇ ਜਾਂਦੇ ਹਾਂ, ਲੋਕ ਮੰਨ ਲੈਂਦੇ ਸੀ। ਗਿਆਨ ਹੀ ਨਹੀਂ ਸੀ। ਉੱਡ ਕੇ ਤਾਂ ਜਾ ਸਕਦੇ ਹਾਂ ਆਪਾਂ, ਸਰੀਰ ਕਰਕੇ ਨਹੀਂ ਭਾਈ। ਸਰੀਰ ਤੋਂ ਬਿਨਾਂ ਇਹ ਸਰੀਰ 'ਚੋਂ ਮੁਕਤ ਹੋਣਾ ਪਹਿਲਾਂ, ਉਹੀ ਤਾਂ ਮਾਰਗ ਹੈ ਭਾਈ ਇਹ ਮੁਕਤੀ ਦਾ। ਪੰਡਤ ਉਦੋਂ ਆਗੂ ਸੀ ਧਰਮ ਦਾ, ਧਰਮ ਪ੍ਰਚਾਰਕ ਸੀ। ਬਾਹਮਣ ਗੁਰੂ ਹੈ ਜਗਤ ਦਾ ਗੁਰੂ ਬਣਿਆ ਬੈਠਾ ਸੀਗਾ। ਅਗਿਆਨੀ ਸੀ, ਲੋਕ ਮੰਨ ਲੈਂਦੇ ਸੀਗੇ। ਭਗਤਨ ਕਾ ਗੁਰ ਨਾ ਹੈ, ਭਗਤਨ ਦਾ ਕੋਈ ਗੁਰ ਨਹੀਂ ਹੁੰਦਾ ਹੈਗਾ। ਭਗਤਨ ਦਾ ਗੁਰ ਕੌਣ ਹੈ? ਹੁਕਮ ਪਰਮੇਸ਼ਰ, ਨਾਮ, ਸ਼ਬਦ ਗੁਰੂ, ਸੁਰਤ ਧੁਨ ਚੇਲਾ। ਗਿਆਨ ਤੋਂ ਬਾਅਦ ਸਰਗੁਣ ਸਰੂਪ ਦਾ ਸਾਨੂੰ ਦਰਸ਼ਨ ਹੁੰਦਾ ਹੈ। ਜੋ ਪੰਡਿਤ ਜੀ ਸਮਝਾ ਰਹੇ ਨੇ ਉਸ ਟਾਈਮ ਦਾ, ਉਹਦੇ ਬਾਰੇ ਆਪਾਂ ਨੂੰ ਸਤਿਗੁਰ ਚਾਨਣ ਪਾ ਰਹੇ ਨੇ। ਆਪਾਂ ਕਰੀਏ ਵਿਚਾਰ, ਸਤਿਗੁਰ ਕੀ ਸਮਝਾਉਂਦੇ ਨੇ। ਗਊ ਬ੍ਰਾਹਮਣ ਕੋ ਕਰ ਲਾਵੋ। ਗਊਆਂ ਦਾ ਦਾਨ ਲੈਣਾ ਇਹ ਵਿਧਾਨ ਪੰਡਿਤ ਦਾ ਸੀ। ਪੰਡਿਤ ਨੂੰ ਹੀ ਹੱਕ ਸੀਗਾ। ਜੋ ਵੀ ਦਾਨ ਕੋਈ ਕਰਦਾ ਸੀ ਉਹ ਪੰਡਿਤ ਨੂੰ ਹੀ ਹੱਕ ਸੀ। ਉਹਨੇ ਧਰਮ ਬਣਾਤਾ ਸੀ ਇਹੋ ਜਿਹਾ। ਸੂਦਰਾਂ ਨੂੰ ਸਤਰੀਆਂ ਦੀ ਸੇਵਾ ਕਰਨਾ, ਲੋਕਾਂ ਦੀ ਸੇਵਾ ਕਰਨਾ ਉਹਨਾਂ ਦਾ ਉਹੀ ਧਰਮ ਸੀ। ਉਹਨਾਂ ਨੂੰ ਸੂਰਵੀਰ ਦਾ ਪਦਮ ਦੇਤਾ। ਸਤਰੀਆਂ ਨੂੰ ਵੀ ਤੁਸੀਂ ਸ਼ਹੀਦ ਹੋਣਾ, ਲੜ ਕੇ ਰੱਖਿਆ ਕਰਨੀ ਹੈ, ਤੁਹਾਡਾ ਇਹੀ ਧਰਮ ਹੈ। ਪਿੱਛੇ ਆਪਾਂ ਵਿਚਾਰਿਆ ਸੀਗਾ, ਲੱਖ ਤਪ ਉੱਪਰ ਤੀਰਥਾਂ ਲੱਖ ਪੁੰਨਾ ਪ੍ਰਵਾਨ। ਆਪ ਹੀ ਸਾਰੇ ਪ੍ਰਵਾਨ ਕਰੀ ਜਾਂਦੇ ਹਾਂ ਭਾਈ। ਸਾਰਾ ਕੁਛ ਅਸੀਂ ਹੁਣ ਵੀ ਐਵੇਂ ਕਰੀ ਜਾਂਦੇ ਹਾਂ। ਹੁਣ ਵੀ ਮਨ ਆਪਦੀ ਮਰਜ਼ੀ ਕਰਦਾ ਹੈ। ਜੋ ਜੋ ਜਗਤ ਮੇ ਪਿਆ ਸਿਆਣਾ, ਤਿੰਨ ਤਿੰਨ ਆਪਣਾ ਰਾਹ ਚਲਾਉਣਾ। ਪਤਾ ਨਹੀਂ ਕਿੰਨੇ ਕੁ ਰਾਹ ਚੱਲ ਗਏ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ। ਗੁਰ ਸ਼ਬਦ ਦੇ ਗਿਆਨ 'ਚੋਂ ਸਾਨੂੰ ਇਹ ਸਮਝ ਆਉਣੀ ਹੈ, ਕੌਣ ਆ ਅਸੀਂ, ਕਿੱਥੋਂ ਆਏ ਹਾਂ, ਸਾਡਾ ਸੰਸਾਰ 'ਚ ਆਉਣ ਦਾ ਕੀ ਕਾਰਨ ਆ, ਕਿਸ ਕਾਰਨ ਤੁਮ ਜਗ ਆਏ ਭਾਈ। ਗੁਰੂ ਦੀ ਪੰਕਤੀ, ਪੌੜੀ, ਸ਼ਬਦ ਦੇ ਨਾਲ ਹੀ ਆਪਾਂ ਵਿਚਾਰ ਕਰਨੀ। ਆਪਣੀ ਮੱਤ ਜੇ ਵਿਚਾਰ ਕਰਾਂਗੇ ਉੱਥੇ ਵਾਦ ਵਿਵਾਦ ਪੈਦਾ ਹੁੰਦਾ ਹੈ। ਗੁਰ ਸ਼ਬਦ ਤੋਂ ਬਾਹਰ ਨਹੀਂ ਆਪਾਂ ਜਾਣਾ। ਜਿੰਨੀ ਕੁਦਰਤ ਨੇ ਆਪਾਂ ਨੂੰ ਮੱਤ ਬਖਸ਼ੀ ਹੈ, ਆਪਾਂ ਉਹਦੇ ਨਾਲ ਇਹ ਵਿਚਾਰ ਕਰਨੀ ਹੈ ਗੁਰ ਸ਼ਬਦ ਦੀ। ਗਊ ਬ੍ਰਾਹਮਣ ਕੋ ਕਰ ਲਾਵੋ।
ਗਊ 'ਤੇ ਟੈਕਸ ਲਾਉਂਦਾ ਸੀ। ਇਸਲਾਮ ਦਾ ਰਾਜ ਸੀ, ਗਊਆਂ 'ਤੇ ਟੈਕਸ ਲੱਗਦਾ ਸੀਗਾ। ਸਤਿਗੁਰੂ ਸਮਝਾਉਂਦੇ ਆ ਫਿਰ ਜਿਹੜਾ ਉਹਦਾ ਗੋਬਰ ਹੈ ਉਹ ਤੁਸੀਂ ਚੌਂਕਾ ਲਿਪਾ ਪੋਚਾ ਕਰਕੇ ਪੂਜਾ ਕਰਦੇ ਹੋ। ਉਹ ਗਊ ਦੇ ਤਾਂ ਟੈਕਸ ਲੱਗ ਰਿਹਾ ਖਾਣ ਦਾ ਵੀ, ਫਿਰ ਤੁਹਾਨੂੰ ਉਹਦਾ ਗੋਬਰ ਤਾਰ ਦੂਗਾ। ਇਹੋ ਜਿਹੇ ਧਰਮ ਹੁੰਦੇ ਸੀ ਉਦੋਂ, ਲੋਕ ਮੰਨ ਲੈਂਦੇ ਸੀਗੇ। ਗਊ ਬ੍ਰਾਹਮਣ ਕੋ ਕਰ ਲਾਵੋ, ਕਰ ਹੁੰਦਾ ਟੈਕਸ, ਟੈਕਸ ਲੈਂਦੇ ਸੀ। ਇਸਲਾਮ ਦਾ ਰਾਜ ਸੀ, ਸਾਰੇ ਲੋਕ ਤੋਂ ਡਰਦੇ ਸੀਗੇ। ਬੋਲਬਾਲਾ ਸੀ ਇਸਲਾਮ ਦਾ, ਪੰਡਤ ਵੀ ਡਰਦਾ ਸੀ। ਪਿੱਛੇ ਵੀ ਆਪਾਂ ਵਿਚਾਰਿਆ, ਹਲਾਲ ਕੀਤਾ ਬੱਕਰਾ ਖਾਂਦਾ ਸੀ, ਲੋਕਾਂ ਨੂੰ ਧਰਮ ਸਮਝਾਉਂਦਾ ਸੀਗਾ। ਪਖੰਡ, ਧਰਮ ਕਰਮ ਪਾਖੰਡ ਜੋ ਦਿਸੇ ਜੰਮ ਜਗਾਤੀ ਲੁੱਟੇ, ਇਹਨੂੰ ਬਾਣੀ ਕੀ ਕਹਿੰਦੀ ਆ? ਪਾਖੰਡ। ਇਹ ਕੌਣ ਕਰ ਰਿਹਾ ਪਖੰਡ? ਇਹ ਮਨ ਦੇ ਲੈਵਲ 'ਤੇ ਹੋ ਰਹੇ ਨੇ। ਗੁਰਬਾਣੀ ਵਿੱਚ ਮਨ ਨੂੰ ਬੋਲਣ ਦੀ ਇਜਾਜ਼ਤ ਨਹੀਂ ਹੈਗੀ, ਗੁਰੂ ਘਰ 'ਚ ਵੀ ਇਜਾਜ਼ਤ ਨਹੀਂ ਹੈਗੀ, ਪਰ ਫਿਰ ਵੀ ਅਸੀਂ ਬੋਲੀ ਜਾਂਦੇ ਹਾਂ। ਉਹ ਤਾਂਹੀਓ ਸਾਨੂੰ ਸਜ਼ਾ ਮਿਲਦੀ ਹੈ। ਇੱਕੋ ਸਿਮਰੀਏ ਨਾਨਕਾ ਦੂਜਾ ਕਾਹੇ ਕੂ, ਦੂਜਾ ਤਾਂ ਹੈ ਹੀ ਨਹੀਂ, ਦੂਜੇ ਦੀ ਸੋਝੀ ਕਾਹਤੇ ਲੈਣੀ ਹੈ? ਗੁਰੂ ਘਰ ਵੀ ਜਾ ਕੇ ਕਾਹਤੇ ਲੈਣੀ ਹੈ? ਇਹ ਗੁਰੂ ਦੇ ਪਿਆਰਿਆਂ ਨੂੰ ਚਾਹੀਦਾ ਹੈ, ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ, ਜਿੱਥੇ ਗੁਰੂ ਸਥਾਨ ਨੇ ਉੱਥੇ ਗੁਰੂ ਸ਼ਬਦ ਦੀ ਵਿਚਾਰ ਹੋਣੀ ਚਾਹੀਦੀ ਹੈ। ਉਹ ਧਰਮ ਦੇ ਮੋਢੀ ਨੇ, ਉਹਨਾਂ ਨੂੰ ਖਿਆਲ ਰੱਖਣਾ ਚਾਹੀਦਾ, ਉਹੀ ਰੱਖ ਸਕਦੇ ਨੇ ਭਾਈ। ਪਰ ਨਹੀਂ, ਸਾਰੇ ਆਪਦੀ ਮਨਮਰਜ਼ੀ ਕਰੀ ਜਾਂਦੇ ਆ, ਨਵੇਂ ਨਵੇਂ ਰਾਹ ਕੱਢੀ ਜਾਂਦੇ ਆ। ਗੁਰਬਾਣੀ ਅਨੁਸਾਰ ਜੇ ਅਸੀਂ ਚੱਲਾਂਗੇ, ਜੀਵਨ ਨੂੰ ਢਾਲਾਂਗੇ, ਫਿਰ ਗੁਰੂ ਸ਼ਬਦ 'ਚੋਂ ਸਾਨੂੰ ਗਿਆਨ ਪੈਦਾ ਹੁੰਦਾ ਹੈ। ਉਹ ਗਿਆਨ ਲੈਣਾ, ਸਮਝਣਾ, ਫਿਰ ਸਮਝ ਕੇ ਸਮਝਾਉਣਾ, ਉਹ ਧਰਮ ਹੁੰਦਾ ਹੈ। ਇਹ ਗਿਆਨ ਲੈਂਦੇ ਲੈਂਦੇ ਮਨ ਬੁੱਧੀ ਮਾਇਆ ਤੋਂ ਰਹਿਤ ਹੋ ਜਾਂਦੇ ਨੇ, ਮੋਹ ਮਾਇਆ ਤੋਂ ਮੁਕਤ ਹੋ ਜਾਂਦੇ ਨੇ। ਤੁਮਰੀ ਕਿਰਪਾ ਤੇ ਮੋਹ ਮਨ ਛੁੱਟੇ ਛੂਟ ਜਾਏ ਪਰਮਾਈ, ਮਨ ਸੰਤੋਖ 'ਚ ਆ ਜਾਂਦਾ ਹੈ। ਦੋ ਪਦਾਰਥ ਆਪਾਂ ਨੂੰ ਉਸ ਅਵਸਥਾ ਤੱਕ ਮਿਲ ਜਾਂਦੇ ਆ। ਸੰਤੋਖ ਤੋਂ ਬਾਅਦ ਫਿਰ ਇਹ ਭਗਤੀ ਸ਼ੁਰੂ ਹੁੰਦੀ ਹੈ। ਅਸੀਂ ਜਿਹੜੀ ਪਹਿਲਾਂ ਭਗਤੀ ਦਾ ਭਰਮ ਪਾਲ ਲੈਂਦੇ ਹਾਂ, ਉਹ ਅਗਿਆਨਤਾ ਹੈ ਸਾਡੀ, ਉਹ ਸਾਰਾ ਕਾਲ ਦੇ ਵਸ ਹੈ। ਸਗਲ ਕਾਲ ਕਾਕੀ ਆਤਮ ਆਸਾ, ਇੱਥੋਂ ਫਿਰ ਧਰਮ ਸ਼ੁਰੂ ਹੁੰਦਾ ਹੈ। ਕਬੀਰਾ ਯਹਾਂ ਗਿਆਨ ਤਹਿ ਧਰਮ ਹੈ। ਧਰਮ ਕੀ ਹੈ? ਸੱਚ, ਸੱਚ ਬੋਲਣਾ, ਸੱਚ ਦਾ ਦਰਸ਼ਨ ਕਰਨਾ, ਫਿਰ ਸੱਚ ਦਾ ਦਰਸ਼ਨ ਕਰਾਉਣਾ, ਸੱਚ ਨਾਲ ਜੋੜਨਾ, ਇਹ ਧਰਮ ਹੋਣਾ ਚਾਹੀਦਾ ਹੈ ਧਾਰਮਿਕ ਆਗੂਆਂ ਦਾ। ਇੱਥੇ ਤੱਕ ਦੋ ਪਦਾਰਥ ਆਪਾਂ ਨੂੰ ਮਿਲ ਜਾਂਦੇ ਆ, ਗਿਆਨ ਅਤੇ ਮੁਕਤੀ। ਸੰਤੋਖ ਆ ਜਾਂਦਾ ਹੈ, ਮਨ ਬੁੱਧੀ ਮੋਹ ਮਾਇਆ ਦਾ ਤਿਆਗ ਕਰਕੇ ਦੇਵਲੋਕ ਚਲੇ ਜਾਂਦੇ ਨੇ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ ਉਹ ਗੁਰਸਿੱਖਾਂ ਦੀ ਕਮਾਈ ਕੀਤੀ ਉਹਦੀ ਝੋਲੀ 'ਚ ਪੈਂਦੀ ਹੈ। ਸੰਸਾਰ ਤੋਂ ਮੁਕਤੀ ਮਿਲ ਜਾਂਦੀ ਹੈ, ਕਾਲ ਤੋਂ ਉਹਦਾ ਛੁਟਕਾਰਾ ਹੋ ਜਾਂਦਾ ਹੈ। ਧਿਆਨ ਕਰਕੇ, ਸਰੀਰ ਕਰਕੇ ਤਾਂ ਸਾਰੇ ਪੂਰਨ ਹੈ, ਸਰੀਰ ਤਾਂ ਇੱਥੇ ਹੀ ਰਹਿ ਜਾਣਾ, ਇਹ ਤਾਂ ਇੱਥੋਂ ਹੀ ਮਿਲਿਆ ਵਾ। ਉਸ ਤੋਂ ਬਾਅਦ ਫਿਰ ਦੇਵਲੋਕ ਸਾਡੀ ਭਗਤੀ ਸ਼ੁਰੂ ਹੁੰਦੀ ਹੈ ਨਾਮ ਦੀ। ਨਾਮ ਦਾ ਦਰਸ਼ਨ ਕਰਨਾ ਹੈ। ਕਿਹਨੇ? ਮਨ ਬੁੱਧੀ ਜਦੋਂ ਇੱਕ ਹੋ ਜਾਂਦੇ, ਆਪਦੇ ਮੂਲ ਅੰਤਰ ਸਤਿਗੁਰ ਦਾ ਦਰਸ਼ਨ ਕਰਕੇ ਆਤਮਾ ਪ੍ਰਾਤਮਾ ਇੱਕੋ ਕਰੇ, ਅੰਤਰ ਕੀ ਦੁਵਿਧਾ ਅੰਤਰ ਮਰੇ ਦੁਵਿਧਾ, ਜਿਹੜੀ ਸੰਸਾਰ ਇਹਦਾ ਖਤਮ ਹੋ ਜਾਂਦਾ ਹੈ। ਉਹ ਗੁਰਸਿੱਖ ਨੇ ਭਾਈ, ਉਹ ਧਾਰਮਿਕ ਆਗੂ ਨੇ। ਉਹ ਕੌਣ ਨੇ? ਸੰਤ ਜਨ, ਭਗਤ ਜਨ, ਗੁਰਜਨ। ਧੰਨ ਧੰਨ ਜਨ ਆਇਆ, ਜੈ ਪ੍ਰਸਾਦ ਸਭ ਜਗਤ ਤਰਾਇਆ। ਉਸ ਅਵਸਥਾ 'ਚ ਧਰਮ ਸ਼ੁਰੂ ਹੁੰਦਾ ਹੈ। ਥੱਲੇ ਥੱਲੇ ਕੀ ਹੁੰਦਾ ਹੈ? ਕਬੀਰ ਜੀ ਕੀ ਸਮਝਾਉਂਦੇ ਆ? ਜਹਾਂ ਗਿਆਨ ਤੈ ਧਰਮ ਹੈ, ਜਹਾਂ ਝੂਠ ਤੈ ਪਾਪ। ਪਾਪ ਕਰ ਰਹੇ ਹਾਂ ਅਸੀਂ, ਜੇ ਧਰਮ ਦੇ ਨਾਂ 'ਤੇ ਕਿਸੇ ਨੂੰ ਗਲਤ ਗਾਈਡ ਕਰ ਰਹੇ ਹਾਂ ਔਰ ਆਪ ਸਮਝਿਆ ਨਹੀਂ ਤਾਂ ਪਾਪ ਕਰ ਰਹੇ ਹਾਂ। ਪੜ੍ਹਿਆ ਹੋਵੇ ਗੁਨੇਗਾਰ, ਫਿਰ ਸਜ਼ਾ ਮਿਲੂਗੀ ਭਾਈ। ਕੀ ਮਿਲਦੀ ਸਜ਼ਾ? ਤਾਂ ਕੁਦਰਤ ਜਾਣਦੀ ਹੈ, ਮਾਲਕ ਉਹ ਹੈ ਭਾਈ, ਉਹਦੇ ਹੁਕਮ 'ਚ ਹੁੰਦਾ ਜੋ ਕੁਛ ਹੁੰਦਾ। ਦੇਖ ਹੀ ਰਿਹਾ ਕੀ ਕੁਛ ਹੋ ਰਿਹਾ ਵਾ। ਇਹ ਆਪਾਂ ਪ੍ਰਾਪਤੀ ਕਰਨੀ ਹੈ। ਫਿਰ ਇਹ ਆਪਾਂ ਨੂੰ ਪ੍ਰਾਪਤੀ ਕਿਵੇਂ ਹੋਊ? ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜੇ ਰਹਾਂਗੇ, ਇਹ 'ਚੋਂ ਗਿਆਨ ਪੈਦਾ ਹੁੰਦਾ ਰਹਿੰਦਾ ਹੈ। ਮਨ ਬੁੱਧੀ ਮੋਹ ਮਾਇਆ ਦੇ ਨਸ਼ੇ ਤੋਂ ਮੁਕਤ ਹੁੰਦੇ ਰਹਿੰਦੇ ਨੇ। ਇੱਕ ਦਿਨ ਐਸਾ ਆ ਜਾਂਦਾ ਹੈ, ਮਨ ਬੁੱਧੀ ਤਿਆਗ ਕਰਕੇ ਆਪਦੇ ਘਰ ਚਲੇ ਜਾਂਦੇ ਨੇ। ਉਹਨੂੰ ਦੇਵਲੋਕ ਕਹਿੰਦੇ ਆ ਬਾਣੀ। ਉਹ ਅਵਸਥਾ ਦਾ ਨਾਮ ਹੈ। ਸਰੀਰ ਇੱਥੇ ਹੀ ਰਹਿ ਜਾਂਦਾ, ਧਿਆਨ ਚਲੇ ਜਾਂਦਾ, ਜਿਨੀ ਨਾਮ ਤੇ ਆਇਆ। ਫਿਰ ਗਿਆਨ ਹੀ ਧਿਆਨ ਬਣ ਜਾਂਦਾ। ਫਿਰ ਉਹ ਦੇਵਲੋਕ ਸਾਡੀ ਨਾਮ ਦੀ ਭਗਤੀ ਸ਼ੁਰੂ ਹੁੰਦੀ ਹੈ। ਨਾਮ ਕੀ ਹੈ? ਹੁਕਮ। ਸ੍ਰਿਸ਼ਟੀ ਦਾ ਪ੍ਰਤਪਾਲਕ, ਸਰਵ ਵਿਆਪੀ। ਨਾਮੇ ਉਤਪਤ ਨਾਮੇ ਪਰਲੋ, ਉਹਦੇ ਹੁਕਮ ਨਾਲ ਸ੍ਰਿਸ਼ਟੀ ਪੈਦਾ ਹੁੰਦੀ ਹੈ, ਹੁਕਮ ਨਾਲ ਸਮਾਪਤ ਹੁੰਦੀ ਹੈ। ਜੰਮਣਾ ਮਰਨਾ ਹੁਕਮ ਹੈ। ਉਸ ਅਵਸਥਾ ਜਾ ਕੇ ਸਮਝ ਆਉਂਦਾ ਹੈ ਵੀ ਜੋ ਵੀ ਜੀਵ ਜਨਮ ਲੈਂਦਾ ਹੈ
ਉਹਦੇ ਹੁਕਮ ਤੋਂ ਬਿਨਾਂ ਨਹੀਂ ਲੈ ਸਕਦਾ, ਉਹਦੇ ਹੁਕਮ ਤੋਂ ਬਿਨਾਂ ਮ੍ਰਿਤਿੂ ਨਹੀਂ ਹੋ ਸਕਦੀ। ਜਿਸ ਰੱਖੇ ਤੂੰ ਤਿਸ ਮਾਰੇ ਕੌਣ, ਜਿਸ ਮਾਰੇ ਤੂੰ ਤਿਸ ਬਚਾਵੇ ਕੌਣ। ਆਓ ਸਾਰੇ ਮਿਲ ਕੇ ਗੁਰ ਸ਼ਬਦ ਨਾਲ ਜੁੜੇ ਰਹੀਏ। ਇਹ 'ਚੋਂ ਗਿਆਨ ਹੁੰਦਾ ਪੈਦਾ। ਉਹ ਗਿਆਨ ਜਿਹੜਾ ਪੈਦਾ ਹੁੰਦਾ ਵਾ, ਇਹ ਗਿਆਨੀਆਂ ਦਾ ਮਾਰਗ ਹੈ। ਦੂਏ ਧਰਮਾਂ 'ਚੋਂ ਇਹ ਗਿਆਨ ਨਹੀਂ ਪੈਦਾ ਹੁੰਦਾ। ਦੂਏ ਧਰਮਾਂ 'ਚੋਂ ਕੀ ਪੈਦਾ ਹੁੰਦਾ, ਦੇਖ ਹੀ ਰਹੇ ਆਪਾਂ ਕੀ ਪੈਦਾ ਹੁੰਦਾ, ਲੋਭ। ਫਿਰ ਭਗਤ ਕਬੀਰ ਜੀ ਕੀ ਸਮਝਾਉਂਦੇ ਆ, ਅਜਿਹਾ ਲੋਭ ਤੇ ਕਾਲ ਹੈ, ਕਾਲ ਦਾ ਪਹਿਰਾ ਹੈ ਭਾਈ। ਦੇਖ ਲਓ ਫਿਰ ਕਾਲ ਦੇ ਮੂੰਹ 'ਚ ਜਾਣਾ ਤਾਂ ਫਿਰ ਗਿਆਨ ਹੋਣ ਤੋਂ ਬਾਅਦ ਕੀ ਹੁੰਦਾ ਹੈ, ਜੇ ਅਸੀਂ ਲੋਭ ਤੋਂ ਬਚ ਜਾਂਦੇ ਹਾਂ, ਗੁਰ ਸ਼ਬਦ ਨਾਲ ਜੁੜ ਜਾਂਦੇ ਹਾਂ, ਜਾਂ ਖਿਮਾ ਦਇਆ, ਫਿਰ ਹੁਕਮ ਦਾ ਦਰਸ਼ਨ ਹੁੰਦਾ ਸਾਨੂੰ। ਉਸ ਬਸਤਾ ਜਾ ਕੇ ਬਾਣੀ ਸਮਝੀ ਜਾਂਦੀ ਹੈ, ਉਸ ਬਸਤਾ ਜਾ ਕੇ ਬਾਣੀ ਦਾ ਜਸ ਕੀਤਾ ਜਾਂਦਾ ਹੈ। ਪਰ ਅਸੀਂ ਤਾਂ ਪਹਿਲਾਂ ਹੀ ਲੱਗ ਜਾਂਦੇ ਹਾਂ, ਕਾਲ ਦੇ ਵਸ ਹੁੰਦੇ ਹਾਂ। ਧਰਮ ਸਾਡੇ ਝੂਠ ਨੇ ਸਾਰੇ। ਅਤੇ ਪ੍ਰਾਪਤੀ ਕੀ ਹੋਣੀ ਹੈ, ਦੇਖਦੇ ਹੀ ਹੈ। ਉਹ ਕਹਿੰਦੇ ਭਾਈ ਤੇਰੀ ਗਊ, ਤੂੰ ਜਿਹਨੂੰ ਮਾਤਾ ਕਹਿਣਾ ਵਾਂ, ਫਿਰ ਉਹਦੇ ਗੋਬਰ ਨਾਲ ਚੌਂਕਾ ਲਿਪਦਾ ਵਾਂ, ਪਾਠ ਪੂਜਾ ਕਰਦਾ ਵਾਂ, ਫਿਰ ਗੋਬਰ ਤਾਰ ਦੂਗਾ ਭਾਈ। ਉਹਦੇ ਤਾਂ ਆਪ ਟੈਕਸ ਲੱਗਦਾ, ਉਹਨੂੰ ਤਾਂ ਇਹ ਵੀ ਖਾਣ ਦਾ ਹੁਕਮ ਨਹੀਂ ਹੈਗਾ, ਟੈਕਸ ਦਿੱਤੇ ਬਿਨਾਂ ਖਾ ਲਵੇ। ਉਦੋਂ ਟੈਕਸ ਲੈਂਦੇ ਸੀ, ਗਊਆਂ ਪੰਡਤਾਂ ਕੋਲ ਜ਼ਿਆਦਾ ਹੁੰਦੀਆਂ ਸੀਗੀਆਂ। ਗਊ ਬ੍ਰਾਹਮਣ ਕੋ ਕਰ ਲਾਵੋ, ਕਰ ਟੈਕਸ। ਇਹ ਧਰਮ ਸੀ ਉਦੋਂ ਦਾ ਭਾਈ। ਗੋਬਰ ਤਰਨ ਨਾ ਜਾਏ। ਫਿਰ ਉਹਦੇ ਵਸਤਰ ਕਿਹੜੇ ਪਾਏ ਹੁੰਦੇ ਧਰਮ ਦੇ ਵਿੱਚ, ਕਕਾਰ ਕਿਹੜੇ ਪਾਏ ਹੁੰਦੇ ਸੀ, ਧੋਤੀ, ਟਿੱਕਾ ਤੇ ਜਪਮਾਲੀ, ਗਲ 'ਚ ਮਾਲਾ, ਧੋਤੀ, ਮੱਥੇ 'ਤੇ ਟਿੱਕਾ। ਇਹ ਧਰਮ ਸੀਗਾ। ਇਹ ਤਾਂ ਬਹੁਤ ਸੁਖਾਲਾ ਭਾਈ। ਫਿਰ ਸਰੀਰ ਕਰਕੇ ਸਾਰਾ ਸਹਿਮਤ ਸੀਗਾ। ਖਾਂਦਾ ਕੀ ਸੀ, ਧਾਨ ਮਲੇਸਾਂ ਖਾਈ। ਧਰਮ ਦੇ ਨਾਂ 'ਤੇ ਕਿਸੇ ਨੂੰ ਗੁੰਮਰਾਹ ਕਰਕੇ ਪੈਸਾ ਖਾਣਾ, ਉਹਦੇ ਅੰਦਰ ਭੈ ਪੈਦਾ ਕਰਨੀ, ਇਦੋਂ ਵੱਡਾ ਦੁਨੀਆ 'ਚ ਪਾਪ ਕੋਈ ਨਹੀਂ। ਦੇਖ ਲਓ ਫਿਰ ਅੱਜ ਹਸਪਤਾਲਾਂ ਦੇ ਵਿੱਚ ਕੀ ਹਾਲ ਹੋ ਰਿਹਾ, ਕਿਵੇਂ ਤੜਫਦੇ ਨੇ ਲੋਕ। ਪਾਪੀ ਪਾਪ ਕਮਾਉਂਦੇ ਕਰਦੇ, ਹਾਏ ਹਾਏ ਉਹਨਾਂ ਦਾ ਇਲਾਜ ਹੋ ਰਿਹਾ ਉਹੀ ਨੇ ਸਾਰੇ, ਚਾਹੇ ਅਸੀਂ ਵੀ ਕਿਉਂ ਨਾ ਹੋਈਏ। ਹੁਣ ਤਾਂ ਆਪਾਂ ਇਹ ਬਦਲਾਅ ਕਰਨਾ ਸੀ ਆਪਣੇ ਜੀਵਨ 'ਚ। ਪਹਿਲੜੀ ਲਾਂ ਪ੍ਰਵਿਰਤ ਮਾਰਗ ਦ੍ਰਿੜਾਇਆ ਬਲਰਾਮ ਜੀ, ਇਹਨੂੰ ਦ੍ਰਿੜ ਕਰਨਾ ਸੀ ਵੀ ਸਾਤੋਂ ਪਾਪ ਨਾ ਹੋ ਜੇ ਕੋਈ ਐਸਾ। ਮਤ ਸਰਵਿੰਦਾ ਇੱਥੇ ਵੀ ਸਾਈਂ ਦੇ ਦਰਬਾਰ, ਫਿਰ ਸਾਈਂ ਦੇ ਦਰਬਾਰ ਦੇ ਵਿੱਚ ਸਿਰ ਨੀਵਾਂ ਕਰਨਾ ਪਵੇ। ਪਰ ਫਿਰ ਵੀ ਅਸੀਂ ਵੀ ਉਹੀ ਕੰਮ ਕਰੀ ਜਾਂਦੇ ਹਾਂ। ਪਰਿਵਰਤਨ ਹੀ ਆਇਆ, ਧਰਮ ਕਰਮ ਉਹੀ ਕਰਦੇ ਹਾਂ ਸਾਰੇ ਅਸੀਂ। ਭੇਖ ਬਦਲ ਲਏ, ਕੰਮ ਸਾਰੇ ਉਹੀ ਨੇ। ਨਹੀਂ ਭਾਈ, ਇਹ ਕੰਮ ਨਹੀਂ ਕਰਨੇ। ਧਰਮ ਰਾਏ ਜਬ ਲੇਖਾ ਮੰਗੇ, ਕਿਆ ਮੁਕਤ ਖਿਲਾਵੇਗਾ। ਫਿਰ ਕੀ ਬੁੱਧੀ ਕਹਿੰਦੀ ਹੈ ਮਨਾ, ਕੀ ਮੁਕਤ ਖਿਲਾਵਾਂਗੇ ਆਪਾਂ। ਕੰਮ ਤਾਂ ਸਾਰੇ ਉਹੀ ਕਰਜੇ, ਉਹੀ ਕੰਮ ਕਰਦੇ ਹਾਂ ਜੋ ਗੁਰੂਆਂ ਨੇ ਵਰਜੇ ਨੇ, ਰੋਕੇ ਨੇ। ਬਾਣੀ ਚੇਤਾਵਨੀ ਦਿੰਦੀ ਹੈ, ਫਿਰ ਨਹੀਂ ਹਟਦੇ। ਫਿਰ ਕਾਲ ਹੈ ਭਾਈ, ਜਾਂ ਲੋਭ ਕਰਕੇ ਜਾਂਦੇ ਹਾਂ ਕਿਤੇ, ਫਿਰ ਕਾਲ ਹੈ, ਕਾਲ ਦੇ ਵਸ ਹੈ। ਪੰਡਤ ਨੂੰ ਸਮਝਾਉਂਦੇ ਨੇ ਭਾਈ ਵੀ ਇਹ ਤੇਰਾ ਧਰਮ ਕਿਹੜਾ ਹੋਇਆ ਭਾਈ। ਤੇਰੀ ਗਊ ਮਾਤਾ 'ਤੇ ਟੈਕਸ ਲੱਗਿਆ ਹੋਇਆ, ਉਹਦੇ ਗੋਬਰ ਨੂੰ ਤੂੰ ਕਹਿੰਦਾ ਪਵਿੱਤਰ ਵਾ। ਚਲੋ ਅੱਗੇ ਚੱਲੀਏ ਆਪਾਂ। ਧੋਤੀ, ਟਿੱਕਾ ਤੇ ਜਮਾਲੀ, ਧਾਨ ਮਲੇਸਾਂ ਖਾਈ। ਗਰੀਬਾਂ ਦਾ ਧਾਨ ਇਕੱਠਾ ਕਰਕੇ ਫਿਰ ਉਹ ਪੰਡਤ ਖਾਂਦਾ ਸੀ। ਹੁਣ ਵੀ ਖਾਂਦੇ ਨੇ ਲੋਕ। ਪਰਿਵਰਤਨ ਹੀ ਆਇਆ, ਤਰੀਕਾ ਹੀ ਬਦਲਿਆ, ਹੁਣ ਵੀ ਖਾਈ ਜਾਂਦੇ ਨੇ। ਦੇਖ ਲਓ ਨਿਗਾਹ ਮਾਰ ਕੇ। ਇਹ ਸਾਰਾ ਕਾਲ ਦੇ ਵਸ ਹੈ, ਕਾਲ ਦੇ ਦੂਤ ਨੇ ਇਹ। ਬਚਣਾ ਇਹਨਾਂ ਤੋਂ। ਕਬੀਰ ਸਾਕਤ ਸੰਗ ਨਾ ਕੀਜੀਏ, ਦੂਰੋਂ ਜਾਈਏ ਭਾਗ। ਸਾਕਤ ਨੇ ਸਾਰੇ ਇਹ। ਇਹਨਾਂ ਨੇ ਸਮਝਿਆ ਨਹੀਂ ਕੁਦਰਤ ਨੂੰ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਦਿੰਦੇ ਤੋਟ ਨਾ ਆਵੀ, ਅਗਨਿਤ ਭਰੇ ਭੰਡਾਰ। ਦੇਣ ਵਾਲਾ ਇੱਕ ਹੀ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸਹੀ ਹੈ। ਇਹ ਨਹੀਂ ਸਮਝਾਉਂਦੇ ਇਹ। ਮਾਣਕੀ ਟੇਕ ਬਿਰਥੀ ਜਾਣ, ਦੇਵਨ ਕੋ ਇੱਕ ਭਗਵਾਨ। ਇਹ ਨਹੀਂ ਸਮਝਾਉਂਦੇ, ਆਪ ਹੀ ਭਗਵਾਨ ਬਣ ਜਾਂਦੇ ਨੇ। ਫਿਰ ਇਹ ਸਾਰਾ ਕੀ ਹੈ, ਕਾਲ ਦਾ ਤਮਾਸ਼ਾ ਹੈ। ਕਾਲ ਦੇ ਦੂਤ ਨੇ। ਬਚੋ। ਕੌਣ ਬਚਾਊ? ਗੁਰੂ। ਗੁਰਬਾਣੀ। ਗੁਰਬਾਣੀ ਜਗ ਮੇ ਚਾਨਣ, ਤੁਹਾਡੇ ਅੰਦਰ ਚਾਨਣ ਪੈਦਾ ਕਰੂਗੀ, ਭਰਮ ਦੂਰ ਕਰੂਗੀ, ਹਨੇਰਾ। ਬਾਂਹ ਪਕੜ ਗੁਰ ਕਾਢਿਆ, ਸੋਈ ਉਤਰਿਆ ਪਾਰ। ਫਿਰ ਪਾਰ ਨਿਕਲਾਂਗੇ ਆਪਾਂ। ਧੋਤੀ, ਟਿੱਕਾ ਤੇ ਜਪਮਾਲੀ, ਧਾਨ ਮਲੇਸਾਂ ਖਾਈ। ਕਿ ਸਤਿਗੁਰ ਕੀ ਸਮਝਾਉਂਦੇ ਆ? ਅੰਤਰ ਪੂਜਾ ਪੜ੍ਹੇ, ਕਿਤਾਬਾਂ ਸੰਜਮ ਤੁਰਕਾ ਭਾਈ। ਪੰਡਤ ਧਾਰਮਿਕ ਆਗੂ ਬਣਿਆ ਸੀ, ਪਰ ਡਰਦਾ ਸੀ ਇਸਲਾਮ ਤੋਂ। ਪੂਜਾ ਅੰਦਰ ਲੁੱਕ ਕੇ ਕਰਦਾ ਹੁੰਦਾ ਸੀ। ਦਰਾਂ 'ਚ ਬਹਿ ਕੇ ਫਿਰ ਕੁਰਾਨ ਪੜ੍ਹਦਾ ਸੀ, ਕਿਤਾਬਾਂ ਪੜ੍ਹਦਾ ਸੀ ਵੀ ਮੈਨੂੰ ਚੰਗਾ ਕਹਿਣ, ਬਈ ਧਾਰਮਿਕ ਬੰਦਾ ਇਹ। ਮੁਸਲਮਾਨਾਂ ਨੂੰ ਵੀ ਬਰਾਬਰ ਹੀ ਮੰਨਦਾ ਵਾ। ਹੁਣ ਵੀ ਅਸੀਂ ਕਹੀ ਜਾਂਦੇ ਧਰਮਾਂ ਨੂੰ ਬਰਾਬਰ ਸਮਝਣਾ ਚਾਹੀਦਾ ਵਾ। ਉਹ ਧਰਮ ਹੈ ਕੀ, ਸਮਝੋ ਤਾਂ ਸਹੀ ਪਹਿਲਾਂ।
ਫਿਰ ਤਾਂ ਧਰਮ ਬਹੁਤ ਬਣ ਜਾਣਗੇ। ਧਰਮ ਇੱਕ ਹੀ ਹੈ, ਸੱਚ ਧਰਮ। ਇੱਥੇ ਮੁੱਕਣਾ ਅੱਗੇ ਕੰਮ। ਸਰਬ ਧਰਮੇ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਉਹੀ ਤਾਂ ਹੈਗਾ ਇਹ ਧਰਮ, ਹੋਰ ਕਿਹੜਾ ਵਾ। ਹਰ ਕਥਾ ਹੈ ਬਾਣੀ, ਜਿਹੜੇ ਸੁਣਨਗੇ ਇਹਨੂੰ ਅਮਰ ਹੋਣਗੇ, ਨਹੀਂ ਕਾਲ ਲੈ ਜੂ ਸਾਰਿਆਂ ਨੂੰ। ਕਬੀਰ ਉਜਲ ਪਹਿਰੇ ਕਾਪਰੇ, ਪਾਨ ਸੁਪਾਰੀ ਖਾਏ, ਇੱਕ ਹਰ ਕੇ ਨਾਮ ਬਿਨ ਬੱਧੇ ਜਮ ਪਰ ਜਾਏ। ਇੱਕ ਹਰ ਦੇ ਨਾਮ ਤੋਂ ਬਿਨਾਂ ਸਾਰਿਆਂ ਨੂੰ ਜਮ ਬੰਨ੍ਹ ਕੇ ਲੈ ਜਾਂਦਾ ਹੈ। ਜਾਣਾ ਤੁਸੀਂ ਵੀ ਜਾਓ ਭਾਈ, ਫਿਰ ਜੇ ਬਚਣਾ ਤਾਂ ਆਓ ਗੁਰੂ ਦੀ ਸ਼ਰਨ। ਫਿਰ ਇਹ 'ਚੋਂ ਕੀ ਮਿਲੂ ਆਪਾਂ ਨੂੰ? ਗਿਆਨ। ਗਿਆਨ ਕਾ ਬੱਧਾ ਮਨ ਰਹੇ, ਫਿਰ ਮਨ ਟਿਕੂ। ਜੇ ਟਿਕ ਗਿਆ ਬਸ ਕਾਲ ਤੋਂ ਬਚ ਗਿਆ ਸੀ। ਮਨ ਤਾਂ ਟਿਕਦਾ ਨਹੀਂ ਹੈਗਾ। ਬਿਨ ਨਾਮੇ ਜਗ ਕਮਲਾ ਫਿਰੇ, ਦਰ ਦਰ ਠੋਕਰਾਂ ਖਾਈ ਜਾਂਦੇ ਆ। ਅੰਤਰ ਪੂਜਾ ਪੜ੍ਹੇ ਕਿਤਾਬਾਂ, ਸੰਜਮ ਤੁਰਕਾਂ ਭਾਈ। ਤੁਰਕਾਂ ਵਾਲੇ ਕੰਮ ਕਰਦਾ ਸੀਗਾ, ਬਾਹਰੋਂ ਧਾਰਮਿਕ ਆਗੂ ਬਣਿਆ ਸੀਗਾ। ਪੂਜਾ ਡਰ ਦਾ ਅੰਦਰ ਕਰਦਾ ਸੀ। ਛੋਡੀ ਲੈ ਪਖੰਡਾ, ਸਤਿਗੁਰ ਸਮਝਾਉਂਦੇ ਆ, ਪੰਡਤਾਂ ਛੱਡਦੇ ਪਖੰਡ। ਹੁਣ ਵੀ ਅਸੀਂ ਤਾਂ ਪਖੰਡ ਹੀ ਕਰਦੇ ਹਾਂ, ਨੰਗੇ ਪੈਰੀ ਕਦੇ ਕਿੱਧਰ ਨੂੰ ਕਦੇ ਕਿੱਧਰ ਨੂੰ, ਨਡੌਤਾਂ ਕਰਦੇ ਹਾਂ, ਲੰਬੇ ਪੈ ਜਾਂਦੇ ਹਾਂ। ਓਏ ਮਨ ਨੂੰ ਲੰਬਾ ਕਰਨਾ ਭਾਈ, ਮਨ ਮੇਰੋ ਗੱਜ ਜੇਬ ਮੇਰੀ ਕਾਤੀ। ਮਨ ਨੂੰ ਲੰਬਾ ਕਰਨਾ ਹੈ, ਇਹੀ ਤਾਂ ਕਾਲ ਹੈ। ਇਹ ਤਾਂ ਜਾਣ ਨਹੀਂ ਦਿੰਦਾ ਬੁੱਧੀ ਨੂੰ। ਇਹੀ ਤਾਂ ਇਹਦੇ ਹੱਥ ਨਾਲ ਚਿੰਬੜਿਆ ਉਹ ਭੈਰੋਂ, ਹੋਰ ਕਿਹੜਾ ਵਾ। ਉਹ ਬਾਹਰ ਸਾਰੀਆਂ ਕਹਾਣੀਆਂ ਨੇ ਭਾਈ। ਬਚੋ, ਸੱਚ ਦਾ ਗਿਆਨ ਲਓ, ਸੱਚ ਦਾ ਦਰਸ਼ਨ ਕਰੋ। ਜਿਸ ਸੰਸਾਰ 'ਚੋਂ ਛੁਟਕਾਰਾ ਪਾਉਣਾ ਹੈ। ਮ੍ਰਿਤ ਲੋਕ ਹੈ, ਮਰਨ ਲਿਖਾਏ ਮੰਡਲ ਮੇ ਆਈ, ਜੀਵਨ ਸਾਜੇ ਮਾਈ। ਮ੍ਰਿਤ ਲੋਕ ਹੈ, ਕਾਲ ਨੇ ਲੈ ਜਾਣਾ ਫੜ ਕੇ ਬੋਦੀਆਂ ਤੋਂ। ਜਦੋਂ ਕਾਲ ਆਉਂਦਾ ਬੜੇ ਬੜੇ, ਫਿਰ ਪੜ੍ਹ ਕੇ ਦੇਖੋ ਉਹਨਾਂ ਦੀ ਸਟੋਰੀ ਕੀ ਆ। ਫਿਰ ਕਿਸੇ ਨੂੰ ਬੁਖਾਰ ਚੜ੍ਹ ਗਿਆ, ਕਿਸੇ ਨੂੰ ਕੁਛ ਹੋ ਗਿਆ। ਪਹਿਲਾਂ ਪਹਿਲਾਂ ਘਰ ਪਹੁੰਚਣਾ ਆਪਾਂ, ਸਰੀਰ 'ਚ ਰਹਿੰਦੇ ਰਹਿੰਦੇ। ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਕੁਜਲੇ ਕੀਤੀ ਛੋਟੀ ਨਾਲ। ਐਸੇ ਗੁਰਸਿੱਖਾਂ ਤਾਂ ਕਿੰਨੇ ਹੋਰ ਨਿਕਲ ਜਾਂਦੇ ਨੇ। ਛੋਡੀ ਲੈ ਪਖੰਡਾਂ, ਪਖੰਡ ਛੱਡ ਦਿਓ, ਗੁਰੂ ਦੀ ਸ਼ਰਨ ਆਓ। ਨਾਮ ਲਈਏ ਜਾਹੇ ਤਲੰਦਾ। ਨਾਮ ਕੀ ਹੈ? ਕਿਵੇਂ ਲਓਗੇ ਨਾਮ? ਨਾਮ ਤਾਂ ਬਹੁਤ ਵੱਡੀ ਸ਼ਕਤੀ ਹੈ ਭਾਈ। ਨਾਮੇ ਉਤਪਤ ਨਾਮੇ ਪਰ ਲੋ। ਉਹ ਹੁਕਮ ਨੂੰ ਨਾਮ ਕਿਹਾ ਗਿਆ। ਉਹ 'ਚੋਂ ਸਾਰੀ ਗਿਆਨ ਪੈਦਾ ਹੁੰਦੇ ਨੇ, ਸਾਰੀ ਸੁੱਖ ਮਿਲਦੇ ਨੇ ਉਹ 'ਚੋਂ। ਸਾਰੀ ਸ੍ਰਿਸ਼ਟੀ ਉਹ ਹੁਕਮ ਨਾਲ ਬੰਨੀ ਜਾਂਦੀ ਹੈ, ਨਿਯਮ ਅਨੁਸਾਰ ਚੱਲਦੀ ਹੈ। ਉਹ ਹੈ ਨਾਮ। ਜਦੋਂ ਮਨ ਬੁੱਧੀ ਨੂੰ ਗਿਆਨ ਹੋ ਜਾਂਦਾ ਗੁਰਬਾਣੀ ਦਾ, ਫਿਰ ਨਾਮ ਦੀ ਭੁੱਖ ਦੇ ਅੰਦਰ ਪੈਦਾ ਹੁੰਦੀ ਹੈ। ਸੱਚੇ ਨਾਮ ਕੀ ਲਾਗੈ ਭੂਖ, ਸੱਚ ਨਾਮ ਕੀ ਹੈ? ਫਿਰ ਪਤਾ ਲੱਗਦਾ ਬਾਹਰ ਝੂਠੇ ਨਾਮ ਲਈ ਜਾਂਦੇ। ਨਾਮ ਲਈਏ ਜਾਹੇ ਤਰੰਦਾਂ, ਫਿਰ ਇਹ ਮਨ ਬੁੱਧੀ ਮਾਇਆ ਦਾ ਤਿਆਗ ਕਰਕੇ ਹੁਕਮ ਦਾ ਦਰਸ਼ਨ ਕਰਕੇ ਨਿਕਲ ਜਾਂਦੇ ਨੇ। ਚਾਰ ਪਦਾਰਥ ਜੇ ਕੋ ਮੰਗੇ, ਸਾਧ ਜਨਾਂ ਕੀ ਸੇਵਾ ਲਾਗੇ। ਪ੍ਰਾਪਤੀ ਕਰਨੀ ਹੈ ਭਾਈ ਇਹਦੀ। ਬਾਰ ਬਾਰ ਆਪਾਂ ਸਮਝਾਉਂਦੇ ਹਾਂ, ਹਰੇਕ ਸਲੋਕ 'ਚ ਪੌੜੀ 'ਚ ਵੀ ਚਾਰ ਪਦਾਰਥਾਂ ਦੀ ਆਪਾਂ ਪ੍ਰਾਪਤੀ ਕਰਨੀ ਹੈ। ਇਹ ਦੋ ਪਦਾਰਥਾਂ ਤੋਂ ਬਿਨਾਂ ਆਪਣੀ ਭਗਤੀ ਨਹੀਂ ਸ਼ੁਰੂ ਹੋਣੀ। ਗਿਆਨ ਅਤੇ ਮੁਕਤੀ ਤੋਂ ਬਾਅਦ ਸੰਤੋਖ 'ਚ ਫਿਰ ਭਗਤੀ ਸ਼ੁਰੂ ਹੁੰਦੀ ਹੈ। ਸੇਵ ਕੀਤੀ ਸੰਤੋਖੀ, ਜਿਹਨੇ ਸੱਚੋ ਸੱਚ ਤੇ ਆਇਆ, ਫਿਰ ਸੇਵਾ ਸ਼ੁਰੂ ਹੁੰਦੀ ਹੈ। ਉਹੀ ਸੇਵਕ ਹੈ ਭਾਈ। ਆਪਦੇ ਆਪ ਤਾਂ ਸਾਰੇ ਬਣੀ ਜਾਂਦੇ ਆ। ਨਾਮ ਲਈਏ ਜਾਏ ਤਰੰਦਾ, ਹੁਕਮ ਨਾਲ ਬੰਨ੍ਹ ਲੈਣਾ, ਭਾਣੇ 'ਚ ਰਹਿਣਾ, ਉਹੀ ਨਾਮ ਹੈ ਭਾਈ। ਮਨ ਤਾਂ ਇੱਕ ਮਿੰਟ ਨਹੀਂ ਟਿਕਦਾ। ਕਿਵੇਂ ਟਿਕੂ? ਗੁਰ ਸ਼ਬਦ ਵਿਚਾਰ ਨਾਲ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰਦੇ ਰਹੀਏ। ਪਿਛਲੇ ਧਰਮ ਬਾਰੇ ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ। ਆਪਾਂ ਕਿਹੜਾ ਧਰਮ ਅਡਾਪਟ ਕਰਨਾ ਹੈ? ਸਰਬ ਧਰਮੇ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਜਪਦੇ ਕੀ? ਸਮਝਦੇ ਰਹਿਣਾ। ਜਪ ਹੁੰਦਾ ਸਮਝਣਾ। ਇਹ 'ਚੋਂ ਫਿਰ ਗਿਆਨ ਪੈਦਾ ਹੁੰਦਾ, ਸਿਮਰਨ। ਜਦੋਂ ਫਿਰ ਅੱਠੇ ਪਹਿਰ ਸਾਡੀ ਬੁੱਧੀ ਹੁਕਮ ਦੇ ਦਰਸ਼ਨਾਂ ਨੂੰ ਬਹਿੰਦੀ ਹੈ, ਉਹਨੂੰ ਕਹਿੰਦੇ ਨੇ ਫਿਰ ਜਾਪ। ਫਿਰ ਜਪਣ ਦੀ ਲੋੜ ਨਹੀਂ, ਫਿਰ ਜਾਪ ਬਣ ਜਾਂਦਾ ਉਹ। ਫਿਰ ਦਰਸ਼ਨ ਹੁੰਦਾ ਉਹਦਾ। ਆਓ ਸਾਰੇ ਮਿਲ ਕੇ ਆਪਾਂ ਵੀ ਇਹ ਪ੍ਰਾਪਤੀ ਕਰੀਏ। ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ। ਅਸੀਂ ਵੀ ਆ ਪਖੰਡ 'ਚੋਂ ਨਿਕਲੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।